ਇਹ ਉਹੀ ਪਾਰਕ ਹੈ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ, ਚੰਡੀਗੜ੍ਹ ਦਾ ਸੈਕਟਰ 27 ਦਾ ਉਹੀ ਪਾਰਕ ਹੈ ਜਿੱਥੇ ਅੱਜ ਤੋਂ 7 ਸਾਲ ਪਹਿਲਾਂ ਇੱਕ ਨੈਸ਼ਨਲ ਜਿਹੜਾ ਪਲੇਅਰ ਹੈ ਪੰਜਾਬ ਦਾ, ਚੰਡੀਗੜ੍ਹ ਦਾ ਕਹਿ ਸਕਦੇ ਹਾਂ, ਜਿਹੜਾ ਇੱਕ ਨੈਸ਼ਨਲ ਪਲੇਅਰ ਹੈ ਸਿੱਪੀ ਸਿੱਧੂ, ਉਸ ਦਾ ਕਤਲ ਕਰ ਦਿੱਤਾ ਜਾਂਦਾ। ਜਸਟਿਸ ਸੁਰੇਸ਼ਵਰ ਠਾਕੁਰ ਹੈ ਇੱਧਰ, ਆ ਜਸਟਿਸ ਸਬੀਨਾ, ਹਾਂਜੀ ਆ ਜਸਟਿਸ ਸੁਰੇਸ਼ਵਰ ਠਾਕੁਰ ਹੈ, ਆ ਉਹਨਾਂ ਦੀ ਮਦਰ, ਆ ਵੀ ਅਸੀਂ ਤਾਂ ਫਰੋਮ ਦ ਡੇ 1 ਕਹਿ ਰਹੇ ਆ ਵੀ ਇਨਵੋਲਡ ਹੈ ਮਰਡਰ 'ਚ। ਜੱਜ ਸਾਹਿਬ ਨੇ ਸਾਡੇ ਨਾਲ ਬਹੁਤ ਵੱਡਾ ਜਿਹਨੂੰ ਕਹਿੰਦੇ ਹੁੰਦੇ ਆ ਅਨਿਆਂ ਕੀਤਾ। ਮੈਨੂੰ ਤਾਂ ਹੁਣ ਹੈਰਾਨੀ ਇਹ ਆਉਂਦੀ ਹੈ ਵੀ ਉਹਨਾਂ ਨੇ ਬਿਲਕੁਲ ਸੋਚਿਆ ਹੀ ਨਾ ਦੇਣ ਤੋਂ ਪਹਿਲਾਂ। CBI ਨੂੰ ਵੀ ਝਟਕਾਂ ਦੇਤੀਆਂ। ਮੈਂ ਸੋਚਦੀ ਹਾਂ ਵੀ ਹੋ ਸਕਦਾ ਉਹਨਾਂ ਨੂੰ ਕਹੋ ਵੀ ਤੁਸੀਂ CBI ਨੂੰ ਬੰਦ ਹੀ ਕਰਾ ਦਿਓ। ਜੇ CBI ਐਂ ਹੀ ਸਾਡੇ ਵਰਗੇ ਲੋਕਾਂ 'ਤੇ ਇਨਫਲੂਐਂਸ ਹੋਣ ਲੱਗ ਪੈਂਦੀ, ਫਿਰ CBI ਦਾ ਫਾਇਦਾ ਹੀ ਕੀ। CBI ਦੇ ਦਫ਼ਤਰਾਂ ਨੂੰ ਜਿੰਦੇ ਲਵਾ ਦਿਓ, ਤੁਸੀਂ ਆਰਡਰ ਪਾਸ ਕਰਾ ਦਿਓ। ਤੇ ਉਸ ਦਿਨ ਵੀ ਕਿਹਾ ਸਿੱਪੀ ਮੇਰੀ ਅੱਜ 19 ਤਰੀਕ ਨੂੰ ਕਿਹਾ ਉਂਗਲ ਕਰਕੇ, ਕਹਿੰਦਾ ਮਾਮਾ ਮੈਨੂੰ ਕਹਿੰਦੀ ਹੈ ਸਿੱਪੀ ਮੇਰੀ ਅੱਜ ਲਾਸਟ ਗੋਲੀ ਰੱਖੀ। ਤੁਸੀਂ ਅਜੇ ਦੱਸੋ ਫਿਰ ਮੈਨੂੰ ਤਾਂ ਮੈਂ ਉਸੇ ਦਿਨ ਦੀ, ਉਹ ਕਹਿ ਰਹੇ ਨਾ ਉਹਨਾਂ ਦਾ ਵਕੀਲ ਕਹਿੰਦਾ ਵੀ ਇਹ 7 ਸਾਲਾਂ ਬਾਅਦ ਕਹਿ ਰਹੇ ਆ, ਮੈਂ ਉਸੇ ਰਾਤ ਦੀ ਲੱਗੀ ਆ। ਮੇਰੇ ਮੁੰਡੇ ਨੂੰ ਖਾ ਗਈ, ਜੇ ਮੈਂ 5-4 ਦਿਨ ਬੇਹੋਸ਼ ਰਹੀ, ਮੈਨੂੰ ਨਹੀਂ ਸੁੱਤ, ਮੇਰਾ ਕੀ ਕਸੂਰ ਆ। ਉਹਨਾਂ ਨੇ ਆਖਿਆ ਕਿ ਕਲਿਆਣੀ ਨੇ 2 ਫਾਇਰ ਮਾਰੇ, 2 ਬੰਦੇ ਨੇ ਮਾਰੇ ਆ। ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗੇ ਨੇ ਕਲਿਆਣੀ ਦੇ, ਜੋ ਗਲਤ ਉਹਨਾਂ ਦੇ ਵੱਲੋਂ ਐਕਟੀਵਿਟੀਜ਼ ਕਿਸੇ ਹੋਰ ਲੋਕਾਂ ਦੇ ਨਾਲ ਕੀਤੀਆਂ ਜਾਂਦੀਆਂ ਸੀਗੀਆਂ, ਉਹ ਸਾਰੇ ਐਵੀਡੈਂਸ ਤੁਸੀਂ ਆਲਰੇਡੀ ਦੇ ਚੁੱਕੇ ਹੋ? ਬਿਲਕੁਲ ਭਾਜੀ, CBI ਕੋਲੇ ਵੀ ਇਹ ਸਾਨੂੰ ਉਹਨਾਂ ਤੋਂ ਹੀ ਮਿਲ ਗਿਆ, ਸਾਰਾ ਕੁਝ ਮਿਲ ਗਿਆ ਸਾਨੂੰ। ਅਸੀਂ ਹੁਣ ਵੀ ਜ਼ਮਾਨਤ ਵੇਲੇ ਵੀ ਇਹਦੀਆਂ ਕਲਿਆਣੀ ਦੀਆਂ ਸਨੈਪਸ ਜੱਜ ਸਾਹਿਬ ਨੂੰ ਦਿੱਤੀਆਂ ਸੀਗੀਆਂ, ਇਹਦੇ ਮਟਰਨਲ ਅੰਕਲ ਨਾਲ। ਸਾਡਾ ਹੁਣ ਮੇਨ ਜਿਹੜਾ ਮੁੱਦਾ ਸੀਗਾ ਅੱਜ ਪ੍ਰੈਸ ਕਾਨਫਰੰਸ ਦਾ ਆਹੀ ਸੀ, ਜਿਹੜੀ ਵੀ ਐਵੀਡੈਂਸ ਅਸੀਂ ਪਲੇਸ ਔਨ ਰਿਕਾਰਡ ਕੀਤੀ ਸੀਗੀ, ਵਾਈ ਹੀ ਡਿਡਨਟ ਮੈਂਸ਼ਨ। ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਕਿ ਤੁਸੀਂ ਕੋਈ ਬਾਹਲਾ ਕੇਸ ਬਾਰੇ ਨਾ ਦੱਸੋ, ਆਈਦਰ ਤੁਸੀਂ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ। ਯੂ ਡੋਂਟ ਨੀਡ ਟੂ ਮੈਂਸ਼ਨ ਐਨੀਥਿੰਗ ਬਿਕੋਜ਼ ਉਹ ਟ੍ਰਾਇਲ ਕੋਰਟ 'ਤੇ ਇਨਫਲੂਐਂਸ ਕਰਦੇ ਹੈ। ਹੁਣ ਭਾਜੀ ਅੰਡਰਸਟੂਡ ਹੀ ਹੈ ਕਿ ਇਹ ਕਿਉਂ ਕਰ ਰਹੀ ਹੈ। ਸਬੀਨਾ ਇਹਦੀ ਕੁਲੀਗ ਹੈ ਜਿਹੜੀ ਹੈ, ਬਟ ਸਾਨੂੰ ਫਿਰ ਵੀ ਜੁਡੀਸ਼ਰੀ 'ਤੇ ਭਰੋਸਾ ਹੈ ਜੀ। ਇਹਨਾਂ ਕੋਲੇ ਐਵੀਡੈਂਸ ਸਾਰੀ ਹੈਗੀ ਹੈ, ਮਤਲਬ ਕਿ ਜਿਹੜੀ ਡਾਇਰੈਕਟ ਐਵੀਡੈਂਸ ਹੈ, ਜਿਹੜੀ ਵੀ ਐਵੀਡੈਂਸ ਹੈ, 2 ਫਾਇਰ ਉਹ ਬੰਦੇ ਨੇ ਮਾਰੇ ਹੈ, 2 ਮਾਰੇ ਹੈ ਕਲਿਆਣੀ। ਜਗਬਾਣੀ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, 2015 ਦੇ ਵਿੱਚ ਸਿੱਪੀ ਸਿੱਧੂ ਮਰਡਰ ਹੁੰਦਾ ਹੈ ਤੇ ਅੱਜ 7 ਸਾਲ ਹੋ ਗਏ ਨੇ, ਪਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਤੇ ਪਰਿਵਾਰ ਇਨਸਾਫ ਦੀ ਮੰਗ ਕਰਦਾ ਪਿਆ ਹੈ। ਤੇ ਪਰਿਵਾਰ ਉਸ ਦੇ ਵਿੱਚ ਸਿੱਪੀ ਸਿੱਧੂ ਦਾ ਜੋ ਬ੍ਰਦਰ ਹੈ, ਜਿੱਪੀ ਸਿੱਧੂ ਆਪਾਂ ਕਹਿ ਦਿੰਦੇ ਆ, ਜੋ ਨਿਕਨੇਮ ਹੈ ਉਹਨਾਂ ਦਾ, ਤੇ ਉਹਨਾਂ ਦੀ ਮਦਰ ਅੱਜ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੜੇ ਹੀ ਦੁਖੀ ਮਨ ਦੇ ਨਾਲ ਉਹ ਇੱਥੇ ਪਹੁੰਚੇ ਨੇ ਤੇ ਇਨਸਾਫ ਦੀ ਗੁਹਾਰ ਲੈ ਕੇ ਪਹੁੰਚੇ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਛੋਟੇ ਭਰਾ ਜਿੱਪੀ ਸਿੱਧੂ ਤੇ ਉਹਨਾਂ ਦੇ ਮਦਰ ਇੱਥੇ ਮੌਜੂਦ ਨੇ। ਬਾਈ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਇੱਕ ਘਟਨਾ ਵਾਪਰਦੀ ਹੈ। ਤੁਹਾਡਾ ਆਪਾਂ ਅੰਗ ਹੀ ਕਹਿ ਸਕਦੇ ਹਾਂ, ਇੱਕ ਭਰਾ ਦਾ ਜਿਹੜਾ ਅੰਗ ਹੈ ਉਹ ਖੋਹ ਲਿਆ ਜਾਂਦਾ, ਸਿਸਟਮ ਇਹੋ ਜਿਹਾ ਬਣ ਜਾਂਦਾ, ਹਾਲਾਤ ਇਹੋ ਜਿਹੇ ਬਣ ਜਾਂਦੇ ਨੇ। ਅੱਜ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ, ਕੀ ਇਨਸਾਫ ਮਿਲਿਆ? ਦੇਖੋ ਭਾਜੀ, 20 ਸਤੰਬਰ 2015 ਨੂੰ ਇਸੇ ਜਗ੍ਹਾ ਮੇਰੇ ਬ੍ਰਦਰ ਦੇ ਜਿਹੜੇ ਮੇਰੇ ਵੱਡੇ ਵੀਰ ਸੀਗੇ ਸਿੱਪੀ ਸਿੱਧੂ, ਉਹਨਾਂ ਦੇ 4 ਫਾਇਰ ਵੱਜੇ ਸੀਗੇ। ਮੈਂ ਬਾਹਲੀਆਂ ਲੰਬੀਆਂ ਗੱਲਾਂ 'ਚ ਨਹੀਂ ਜਾਊਂਗਾ, ਸਾਰਿਆਂ ਨੂੰ ਪਤਾ ਹੈ ਕਿ ਵਾਟ ਵਾਸ ਦ ਰੀਜ਼ਨ ਐਵਰੀਥਿੰਗ। ਆਹ ਕਲਿਆਣੀ ਕੁੜੀ ਹੈ ਜੀ ਜਸਟਿਸ ਸਬੀਨਾ ਦੀ, ਸ਼ੀ ਇਜ਼ ਇਨਵੋਲਡ ਇਨ ਦਿਸ। CBI ਨੇ ਉਹਦੇ ਖਿਲਾਫ ਚਾਰਜ ਸ਼ੀਟ ਫਾਈਲ ਕਰਤੀ ਹੈ। ਅਸੀਂ ਦੇਖੋ ਜੀ ਬਹੁਤ ਜਦੋਜਹਿਦ ਕੀਤੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਿ ਜੱਜ ਦੀ ਕੁੜੀ ਇਨਵੋਲਡ ਹੋਵੇ, ਜੱਜ ਦੀ ਫੈਮਿਲੀ ਇਨਵੋਲਡ ਹੋਵੇ। ਵੀ ਆਰ ਨਾਟ ਸੇਇੰਗ ਦੈਟ ਓਨਲੀ ਕਲਿਆਣੀ ਇਜ਼ ਇਨਵੋਲਡ, ਵੀ ਆਰ ਸੇਇੰਗ ਦ ਹੋਲ ਫੈਮਿਲੀ ਇਜ਼ ਇਨਵੋਲਡ। ਜਸਟਿਸ ਸਬੀਨਾ ਉਹਦੇ ਮਦਰ ਹਾਈ ਕੋਰਟ ਜੱਜ ਹੈ, ਉਹ ਇਨਵੋਲਡ ਹੈ ਵਿੱਚ, ਉਹਦਾ ਘਰ ਵਾਲਾ ਐਡਵੋਕੇਟ ਪਰਮਿੰਦਰ ਸਿੰਘ ਤੇ ਉਹਦੀ ਕੁੜੀ ਕਲਿਆਣੀ। ਸਭ ਤੋਂ ਪਹਿਲਾਂ ਅਸੀਂ ਜਦੋਂ ਬਹੁਤ ਕੈਂਡਲਾਈਟ ਮਾਰਚਿਸ ਕੀਤੇ, ਚੰਡੀਗੜ੍ਹ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਕੇਸ ਨੂੰ ਡਿਸਟਰੋਏ ਕਰਨ ਦੀ। ਫਿਰ ਅਸੀਂ ਕੈਂਡਲਾਈਟ ਮਾਰਚਿਸ ਕੀਤੇ, ਸਿੱਪੀ ਵੀਰ ਦੇ ਕਾਫੀ ਫਰੈਂਡ ਸੀਗੇ, ਬਾਹਰਲੇ ਮੁਲਕਾਂ 'ਚ ਵੀ ਸੀਗੇ। ਉਸ ਤੋਂ ਬਾਅਦ ਗਵਰਨਰ ਸਾਹਿਬ CBI ਨੂੰ ਇਨਕੁਆਇਰੀ ਦੇ ਦਿੰਦੀ ਹੈ। CBI ਨੇ ਬੜੀ ਮਿਹਨਤ ਤੋਂ ਬਾਅਦ, ਪੌਣੇ 7 ਸਾਲਾਂ ਤੋਂ ਬਾਅਦ 15 ਜੂਨ 2022 ਨੂੰ ਕਲਿਆਣੀ ਨੂੰ ਅਰੈਸਟ ਕਰ ਲੈਂਦੀ ਹੈ। ਬਟ ਬੜੇ ਵੀ ਆਰ ਰੀਅਲੀ ਵੈਰੀ ਡਿਸਅਪੁਆਇੰਟਡ। ਅਰੈਸਟ ਹੋਣ ਦੇ ਬਾਵਜੂਦ 302 ਦਾ ਮਾਮਲਾ ਹੋਵੇ, ਵਿਦਿਨ 3 ਮੰਥਸ ਕੁੜੀ ਨੂੰ ਜ਼ਮਾਨਤ ਮਿਲ ਜਾਂਦੀ ਹੈ। ਹਾਂਜੀ, ਇਹਦਾ ਮਤਲਬ ਜੋ ਹੁਣ ਤੱਕ ਦੀ ਕਾਰਵਾਈ ਹੋਈ ਹੈ ਉਹਦੇ ਵਿੱਚੋਂ ਤੁਹਾਨੂੰ ਕੀ ਲੱਗਦਾ, ਕਿੰਨੇ ਕੁ % ਤੁਹਾਨੂੰ ਲੱਗਦਾ ਕਿ ਵੀ ਤੁਹਾਡੇ ਹੱਕ ਦੇ ਵਿੱਚ ਕੁਝ ਹੋਇਆ? ਦੇਖੋ ਭਾਜੀ, CBI ਨੇ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੱਢਤਾ। ਹੁਣ ਆਹ ਦੇਖੋ, CBI ਨੇ ਜਿਹੜੀ ਚਾਰਜ ਸ਼ੀਟ 'ਚ ਗੱਲ ਲਿਖੀ ਹੈ, ਉਹਨਾਂ ਨੇ ਤਾਂ ਪ੍ਰੋਪਰ ਸਾਰਾ ਕੁਝ ਲਿਖਤਾ। The CBI stated in the charge sheet that Kalyani, driven by the obsession of failed love affairs, rejection of marriage proposal by Sippi Sidhu, fueled by feeling of anger and morbid jealousy, and humiliation, embarrassment to the family due to leakage of her objectionable photographs,
hashed a conspiracy with an unknown assailant called Sippy to the Sector 27 park, this park, and killed him by using a 12 bore gun. She fired 2 gunshots. ਸਾਰਾ ਕੁਝ ਹੈਗਾ ਜੀ। ਅਸੀਂ ਦੇਖੋ CBI ਦੀ ਜਿਹੜੀ ਵੀ ਕਾਰਵਾਈ ਕੀਤੀ ਅਸੀਂ ਸੈਟੀਸਫਾਈਡ ਹੈ, ਬਟ ਭਾਜੀ ਦੇਖੋ ਆ ਹਿੰਦੁਸਤਾਨ ਹੈ, ਇੱਥੇ ਇਨਫਲੂਐਂਸ਼ੀਅਲ ਲੋਕਾਂ ਵਾਸਤੇ ਹੋਰ ਕਾਨੂੰਨ ਹੈ, ਆਮ ਬੰਦਿਆਂ ਵਾਸਤੇ ਹੋਰ ਕਾਨੂੰਨ ਹੈ। ਆਪਾਂ ਕੋਈ ਵੀ ਕੇਸ ਚੱਕ ਲਓ। ਹੁਣ ਜਿਹੜੀ ਅਸੀਂ ਅੱਜ ਘਰੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਜੀ, ਉਹਦਾ ਮੇਨ ਕਾਰਨ ਪ੍ਰੈਸ ਕਾਨਫਰੰਸ ਕਰਨ ਦਾ ਆਹੀ ਸੀਗਾ ਕਿ 302 ਦਾ ਮਾਮਲਾ ਹੋਵੇ, ਇੰਨੀ ਛੇਤੀ ਕਿਵੇਂ ਜ਼ਮਾਨਤ ਮਿਲ ਗਈ 90 ਦਿਨ ਦੇ ਅੰਦਰ। ਐਂਡ ਅਸੀਂ ਔਨ ਰਿਕਾਰਡ ਅਸੀਂ ਆ ਗੱਲਾਂ ਕਰਾਂਗੇ ਜੀ ਸਾਰੀਆਂ। ਅਸੀਂ ਇੱਕ ਜਿਹੜੇ ਜੱਜ ਸਾਹਿਬ ਨੇ ਜ਼ਮਾਨਤ ਦਿੱਤੀ ਹੈ, ਜਸਟਿਸ ਸੁਰੇਸ਼ਵਰ ਠਾਕੁਰ, ਇਹਨਾਂ ਦੀ ਕੰਪਲੇਂਟ ਕਰਕੇ ਆਏ ਹਾਂ ਉੱਤੇ। ਅਸੀਂ ਸਾਰਿਆਂ ਨੂੰ ਮਿਲ ਕੇ ਆਏ ਹਾਂ, PM ਆਫਿਸ ਗਏ ਸੀਗੇ, ਅਮਿਤ ਸ਼ਾਹ ਜੀ ਕੋਲੇ ਗਏ ਸੀਗੇ, ਲਾਅ ਮਿਨਿਸਟਰ ਆਫ ਇੰਡੀਆ ਨੂੰ ਕਿਰਨ ਰਿਜਿਜੂ ਜੀ ਨੂੰ ਪਰਸਨਲੀ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਸੁਪਰੀਮ ਕੋਰਟ ਜੱਜਸ ਨੂੰ ਕੀਤੀ ਹੈ, ਚੀਫ ਜਸਟਿਸ ਆਫ ਇੰਡੀਆ ਨੂੰ ਦਿੱਤੀ ਹੈ। ਅਸੀਂ ਜਿਹੜੀ ਮੇਨ ਚੀਜ਼ ਆਹੀ ਆਖੀ ਹੈ, ਜਿਹੜੀ ਪਹਿਲਾ ਪੁਆਇੰਟ ਉਹੀ ਕਿ 302 ਦੇ ਮਾਮਲੇ 'ਚ ਇੰਨੀ ਛੇਤੀ ਕਿਵੇਂ ਜ਼ਮਾਨਤ ਮਿਲ ਗਈ। ਦੂਜੀ ਗੱਲ, ਇਹਨਾਂ ਨੇ ਇੱਕ ਤਰ੍ਹਾਂ CBI ਨੂੰ ਝਾੜ ਪਾਈ ਹੈ। ਜੱਜ ਸਾਹਿਬ ਨੇ ਆਹ ਕਹਿੰਦੇ ਕਿ CBI ਸਾਡੇ ਮੇਰੇ ਤੇ ਮਦਰ ਦੇ ਪ੍ਰੈਸ਼ਰ ਦੇ ਅੰਡਰ ਕੰਮ ਕਰ ਰਹੀ ਹੈ। ਹੁਣ ਅਸੀਂ ਪੁੱਛਣਾ ਚਾਹੁੰਦੇ ਹਾਂ, ਅਸੀਂ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਹਾਂ, ਮੀਡੀਆ ਵਾਲੇ ਫਰੈਂਡਸ ਨੂੰ ਵੀ, ਜਿੰਨੇ ਸਰੋਤੇ ਹੈ, ਅਸੀਂ ਕਿੱਡੀ ਕੁ ਤਾਂ ਵੱਡੀਆਂ ਚੀਜ਼ ਹੈ। ਵੀ ਆਰ ਕਾਮਨ ਮੈਨ, ਵੀ ਆਰ ਕਾਮਨ ਪੀਪਲ। ਅਸੀਂ ਕਿਵੇਂ ਇਨਫਲੂਐਂਸ ਕਰ ਲਾਂਗੇ? ਉਹ ਹਾਈ ਕੋਰਟ ਜੱਜ ਦੇ ਅੰਡਰ ਇਨਫਲੂਐਂਸ ਹੋਣਗੇ ਕਿ ਸਾਡੇ ਅੰਡਰ ਹੋਣਗੇ? ਦੂਜੀ ਜਿਹੜੀਆਂ ਗੱਲਾਂ ਹੈਗੀਆਂ ਜੀ, ਸਾਡੇ ਇਹਨਾਂ ਨੇ ਜਿਹੜੀ ਜ਼ਮਾਨਤ ਦਿੱਤੀ, ਜਿਹੜੀ ਜੱਜਮੈਂਟ ਦਿੱਤੀ ਹੈ ਜੱਜ ਸਾਹਿਬ ਨੇ, 49 ਪੇਜਸ ਦੀ ਜੱਜਮੈਂਟ ਹੈ। ਤੁਸੀਂ ਭਾਜੀ ਮੰਨੋਗੇ ਨਹੀਂ, ਸਾਡੇ ਸੀਨੀਅਰ ਕੌਂਸਲ ਹੈਗੇ RS ਬੈਂਸ ਸਾਹਿਬ, ਜਿਹੜੀ ਉਹਨਾਂ ਨੇ ਬਹਿਸ ਕੀਤੀ ਹੈ ਉਹ ਤਾਂ ਕੋਈ ਉਹਨਾਂ ਨੇ ਔਨ ਰਿਕਾਰਡ ਕੁਝ ਰੱਖਿਆ ਹੀ ਨਹੀਂ। ਜਿਹੜੀ ਵੀ ਉਹਨਾਂ ਦੇ ਇਹਨਾਂ ਦੇ ਕੌਂਸਲ ਨੇ, ਡਿਫੈਂਸ ਕੌਂਸਲ ਨੇ ਬਹਿਸ ਕੀਤੀ, ਉਹ ਸਾਰਾ ਕੁਝ ਲਿਖਤਾ। ਅਸੀਂ ਹੁਣ ਤੁਹਾਡੇ ਮੀਡੀਆ ਥਰੂ ਜਿਹੜਾ ਦਿਖਾਉਣਾ ਸੀਗਾ ਅੱਜ ਪ੍ਰੈਸ ਕਾਨਫਰੰਸ ਵੀ, ਆਹਾ ਜੀ ਬੈਸਟ ਆਫ ਲੱਕ ਦਾ ਮਰਡਰ, ਜਿਸ ਦਿਨ ਮਰਡਰ ਹੁੰਦਾ ਉਸ ਦਿਨ ਸਬੀਨਾ ਕਲਿਆਣੀ ਨੂੰ ਮੈਸੇਜ ਕਰਦੀ ਹੈ ਬੈਸਟ ਆਫ ਲੱਕ, ਐਂਡ ਕਲਿਆਣੀ ਕਹਿ ਰਹੀ ਹੈ ਐਨਜ਼ਾਈਟੀ ਲੈਵਲ ਇਜ਼ ਔਨ ਅ ਹਾਈ ਰਾਈਜ਼, ਜਿਹੜੀ ਗੱਲ ਹੈ। ਐਂਡ ਭਾਜੀ ਜਿਹੜਾ ਮੇਨ ਮਕਸਦ ਸੀਗਾ ਮਰਡਰ ਦਾ, ਰੀਜ਼ਨ ਕੀ ਸੀਗਾ, ਔਨ ਰਿਕਾਰਡ ਹੈ, ਅਸੀਂ ਨਹੀਂ ਕਹਿ ਰਹੇ, ਚਲਾਨ 'ਚ ਵੀ ਲਿਖਿਆ ਹੋਇਆ। ਕਲਿਆਣੀ ਦੇ ਆਪਦੇ ਮਟਰਨਲ ਅੰਕਲ ਨਾਲ ਫਿਜ਼ੀਕਲ ਰਿਲੇਸ਼ਨ ਸੀਗੇ। ਸਿੱਪੀ ਨੂੰ ਪਤਾ ਚੱਲ ਜਾਂਦਾ, ਸਿੱਪੀ ਉਹ ਫੋਟੋਜ਼ ਜਿਹੜੇ ਵੀ ਇਹਨੂੰ ਪਤਾ ਚੱਲਦਾ, ਇਹਦੇ ਸਾਹਮਣੇ ਇਹਦੇ ਮਦਰ ਤੇ ਫਾਦਰ ਨੂੰ ਦਿਖਾਉਂਦਾ, ਕਹਿੰਦਾ ਹਾਊ ਕੈਨ ਆਈ ਮੈਰੀ ਦਿਸ ਗਰਲ, ਸ਼ੀ ਇਜ਼ ਇਨਵੋਲਵ ਵਿਦ ਅਦਰ ਗਾਈਜ਼। ਸਾਡੇ ਸੀਨੀਅਰ ਕੌਂਸਲ RS ਬੈਂਸ ਸਾਹਿਬ ਨੇ ਉਹ ਸਨੈਪਸ ਵਗੈਰਾ ਸਾਰਾ ਕੁਝ ਪਲੇਸਡ ਔਨ ਰਿਕਾਰਡ ਜੱਜ ਸਾਹਿਬ ਦੇ ਰੱਖਿਆ ਸੀ, ਸੀਲਡ ਕਵਰ ਦੇ, ਐਂਡ ਸਾਰਾ ਕੁਝ ਇਹਨਾਂ ਨੇ ਉਹ ਚੀਜ਼ਾਂ ਮੈਂਸ਼ਨ ਹੀ ਨਹੀਂ ਕੀਤੀਆਂ, ਨਾ WhatsApp ਮੈਸੇਜ ਕੀਤਾ, ਜਿਹੜੀ ਵੀ ਸਾਡੀ ਐਵੀਡੈਂਸ ਸੀਗੀ ਉਹ ਮੈਂਸ਼ਨ ਨਹੀਂ ਕੀਤੀ। ਸੋ ਇਹਦੇ ਬੇਸ ਕਰਕੇ, ਇਹਦੇ ਕਰਕੇ ਅਸੀਂ ਰਿਪਰੈਜ਼ੈਂਟੇਸ਼ਨਸ ਦੇ ਕੇ ਆਏ ਹਾਂ ਉੱਤੇ। ਹਾਂਜੀ। ਤੇ ਜੇਕਰ ਆਪਣਾ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਹੈਗੇ ਨੇ ਜਿਨ੍ਹਾਂ ਨੇ ਫੈਸਲਾ ਦਿੱਤਾ, ਉਹ ਕਹਿੰਦੇ ਕਿ ਵੀ CBI ਨੂੰ ਤੁਸੀਂ ਪ੍ਰਭਾਵਿਤ ਕਰਦੇ ਪਏ ਹੋ, ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ? ਹਾਂਜੀ, ਹਾਈ ਕੋਰਟ ਦੇ ਜੱਜ ਜਸਟਿਸ ਸੁਰੇਸ਼ਵਰ ਠਾਕੁਰ ਨੇ। ਬਿਲਕੁਲ ਭਾਜੀ, ਦੇਖੋ CBI ਇਜ਼ ਨਾਟ ਅ ਸਮਾਲ ਥਿੰਗ, ਇਟਸ ਦ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਆਫ ਇੰਡੀਆ, ਐਂਡ ਸਾਰੇ ਮੰਤਰੀ ਮਿਨਿਸਟਰ ਸਾਰੇ ਉਹਨਾਂ ਤੋਂ ਡਰਦੇ ਆ। ਸਾਡੇ ਤੋਂ ਕਿਵੇਂ ਇਨਫਲੂਐਂਸ ਹੋ ਜਾਊਗੀ? ਬੇਸਿਕਲੀ ਭਾਜੀ ਦੇਖੋ ਆਹ ਹਿੰਦੁਸਤਾਨ ਹੈ, ਇੱਥੇ ਦੇਖੋ ਲੋਕ ਚੰਗੇ ਵੀ ਬਹੁਤ ਪਏ ਹੈ। ਮੈਂ ਦੇਖੋ ਸਾਡੀ ਵੀ ਜੁਡੀਸ਼ੀਅਲ ਫੈਮਿਲੀ ਹੈ, ਮਾਈ ਗ੍ਰੈਂਡਫਾਦਰ ਵਾਜ਼ ਆਲਸੋ ਹਾਈ ਕੋਰਟ ਜੱਜ, ਫਾਦਰ ਸਾਹਿਬ ਵੀ ਆਹੀ ਮਹਿਕਮੇ ਸੀਗੇ, AG ਆਫਿਸ ਸੀਗੇ, ਮੈਂ ਖੁਦ ਲਾਇਰ ਹਾਂ। ਆਹ ਸਾਰੇ ਲੋਕ ਇੱਕ ਬਰਾਬਰ ਨਹੀਂ ਹੁੰਦੇ। ਅਸੀਂ ਉੱਤੇ ਹੁਣ ਚੀਫ ਜਸਟਿਸ ਆਫ ਇੰਡੀਆ ਨੂੰ ਮਿਲ ਕੇ ਆਏ ਹਾਂ। ਕਈ ਬਲੈਕ ਸ਼ੀਪਸ ਹੁੰਦੀਆਂ। ਅਸੀਂ ਹੁਣ ਜਿਵੇਂ ਆਹ ਤੁਹਾਨੂੰ ਆਹ ਸਨੈਪ ਦਿਖਾਉਣੀ ਚਾਹੁੰਦੇ ਹਾਂ, ਆਹ ਜਸਟਿਸ ਸੁਰੇਸ਼ਵਰ ਠਾਕੁਰ ਹੈ ਇੱਧਰ, ਆਹ ਜਸਟਿਸ ਸਬੀਨਾ ਹੈ, ਹਾਂਜੀ, ਆਹ ਜਸਟਿਸ ਸੁਰੇਸ਼ਵਰ ਠਾਕੁਰ ਹੈ, ਆਹ ਉਹਨਾਂ ਦੀ ਮਦਰ, ਆਹ ਵੀ ਅਸੀਂ ਤਾਂ ਫਰੋਮ ਦ ਡੇ 1 ਕਹਿ ਰਹੇ ਹਾਂ, ਆਹ ਵੀ ਇਨਵੋਲਵਡ ਹੈ ਮਰਡਰ 'ਚ। ਹੁਣ ਆਹ ਇਹਨਾਂ ਦੇ ਜੂਨੀਅਰ ਸੀਗੇ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ। ਸੋ ਇਹਨਾਂ ਨੇ ਫੈਸਲਾ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ CBI ਨੂੰ ਤੁਸੀਂ ਇਨਫਲੂਐਂਸ ਕਰਦੇ ਪਏ। ਬਿਲਕੁਲ, ਇਹਨਾਂ ਨੇ ਆਹ ਗੱਲ ਲਿਖੀ ਆਰਡਰ 'ਚ, ਝਿੜਕਾਂ ਦਿੱਤੀਆਂ ਕਿ CBI ਨੂੰ ਕਿ ਅਸੀਂ ਇਨਫਲੂਐਂਸ ਕਰਦੇ ਹਾਂ। ਕਾਰਨ ਕੀ ਹੈ? ਓਬਵੀਅਸਲੀ ਭਾਜੀ ਕਾਰਨ ਹੁਣ ਆਹੀ ਹੈ ਕਿ ਇਹਨਾਂ ਦੀ ਕੁਲੀਗ ਦੀ ਕੁੜੀ ਹੈ। ਓਬਵੀਅਸਲੀ ਇਹਨਾਂ ਦੇਖੋ ਭਾਜੀ, ਆਹ ਨਾ ਬ੍ਰਦਰ ਸਿਸਟਰ ਜੱਜਸ ਦਾ ਬੜਾ ਵੱਡਾ ਹੁੰਦਾ ਇੱਥੇ। ਇਹਨਾਂ ਨੂੰ ਆਏ ਹੁੰਦਾ ਹੈ ਕਿ ਅਸੀਂ ਆਪਦੇ ਕੁਲੀਗਸ ਦੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਜਦੋਂ ਕਿਸੇ ਦਾ ਨਾਮ ਆ ਜਾਂਦਾ ਬਚਾਉਣਾ ਚਾਹੁੰਦੇ ਹੁੰਦੇ ਆ, ਬਿਕੋਜ਼ ਇਹਨਾਂ ਦੀ ਬਹੁਤ ਵੱਡੀ ਲੌਬੀ ਹੁੰਦੀ ਹੈ। ਸੋ ਦਿਸ ਇਜ਼ ਦਾ ਥਿੰਗ ਜਿਹੜੀ ਮੇਨ ਚੀਜ਼ ਹੈ। ਹਾਂਜੀ। ਸੋ CP ਸਿੱਧੂ ਦੇ ਜਿਹੜੇ ਮਦਰ ਨੇ ਉਹ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ ਆ। ਮੈਮ ਸਵਾਗਤ ਹੈ। ਹਾਂ ਬੇਟਾ। ਮੈਮ ਬਹੁਤ ਬੜੀ ਵੱਡੀ ਇੱਕ ਤਰਾਸਦੀ ਹੁੰਦੀ ਹੈ, ਤੁਸੀਂ ਆਪਣਾ ਬੱਚਾ ਖੋ ਦਿੰਦੇ ਹੋ, ਕਿੱਥੇ ਸਮਝਦੇ ਹੋ ਅੱਜ ਤੁਸੀਂ ਕਿੱਥੇ ਖੜੇ ਹੋ ਆਪਣੇ? ਬੇਟੇ CBI ਨੇ ਤਾਂ ਠੀਕ ਕੀਤਾ ਸੀ, ਹੁਣ ਕੋਰਟ ਵਿੱਚ ਪਹੁੰਚ ਗਏ ਤਾਂ ਕੋਰਟ ਵਾਲਿਆਂ ਨੇ ਤਾਂ ਤੁਸੀਂ ਦੇਖ ਹੀ ਲਿਆ ਕੀ ਕੁਛ ਕੀਤਾ। ਜੱਜ ਸਾਹਿਬ ਨੇ ਸਾਡੇ ਨਾਲ ਬਹੁਤ ਵੱਡਾ, ਜਿਹਨੂੰ ਕਹਿੰਦੇ ਹੁੰਦੇ ਆ, ਅਨਿਆਂ ਕੀਤਾ। ਮੈਨੂੰ ਤਾਂ ਹੁਣ ਹੈਰਾਨੀ ਇਹ ਆਉਂਦੀ ਹੈ ਵੀ ਉਹਨਾਂ ਨੇ ਬਿਲਕੁਲ ਸੋਚਿਆ ਹੀ ਨਾ ਦੇਣ ਤੋਂ ਪਹਿਲਾਂ ਵੀ CBI ਨੂੰ ਵੀ ਝਟਕਾਂ ਦੇਤੀਆਂ। ਮੈਂ ਸੋਚਦੀ ਹਾਂ ਵੀ ਹੋ ਸਕਦਾ ਉਹਨਾਂ ਨੂੰ ਕਹੋ ਵੀ ਤੁਸੀਂ CBI ਨੂੰ ਬੰਦ ਹੀ ਕਰਾ ਦਿਓ। ਜੇ CBI ਐਂ ਹੀ ਸਾਡੇ ਵਰਗੇ ਲੋਕਾਂ 'ਤੇ ਇਨਫਲੂਐਂਸ ਹੋਣ ਲੱਗ ਪੈਂਦੀ ਹੈ, ਫਿਰ CBI ਦਾ ਫਾਇਦਾ ਹੀ ਕੀ? CBI ਦੇ ਦਫ਼ਤਰਾਂ ਨੂੰ ਜਿੰਦੇ ਲਵਾ ਦਿਓ, ਤੁਸੀਂ ਆਰਡਰ ਪਾਸ ਕਰਾ ਦਿਓ। ਤੇ
ਤੁਹਾਨੂੰ ਕਿਵੇਂ ਲੱਗਦਾ ਜਦੋਂ ਕਲਿਆਣੀ ਮੈਨੂੰ ਸੁਣਨ ਦੇ ਵਿੱਚ ਆਇਆ, ਜੋ ਮੈਂ ਰਿਪੋਰਟਸ ਹੁਣ ਤੱਕ ਦੀਆਂ ਪੜ੍ਹੀਆਂ, ਵੀ ਉਹ ਤੁਹਾਡਾ ਜਿਹੜਾ ਰਿਸ਼ਤਾ ਸੀਗਾ ਦੋਨਾਂ ਪਰਿਵਾਰਾਂ ਦਾ ਕਾਫੀ ਲੰਮੇ ਸਮੇਂ ਤੋਂ ਸੀ, ਤੁਹਾਨੂੰ ਕਦੇ ਇਸ ਤਰ੍ਹਾਂ ਫੀਲ ਹੋਇਆ ਕਿ ਜੋ ਕਲਿਆਣੀ ਹੈ ਉਹ ਕੁਝ ਗਲਤ ਬੰਦਿਆਂ ਦੇ ਨਾਲ ਇਨਵੋਲਵ ਹੈਗੀ ਹੈ ਕੁਝ ਇਸ ਤਰ੍ਹਾਂ? ਬੱਚੇ ਜਾਂ ਸਿੱਪੀ ਸਿੱਧੂ ਹੀ ਖੁਦ ਇਸ ਚੀਜ਼ ਦਾ ਖੁਲਾਸਾ ਕਰਦਾ? ਬੇਟੇ ਐਂਡ ਦੇ ਉੱਤੇ ਆ ਕੇ ਸਿੱਪੀ ਨੇ ਕਿਹਾ ਸੀ, ਜਦੋਂ ਬਹੁਤਾ ਹੋ ਗਿਆ ਮੈਂ ਕਿਹਾ ਸਿੱਪੀ ਹੁਣ ਦੱਸ ਬੇਟੇ ਆਪਾਂ ਵਿਆਹ ਕਰਨਾ ਕਿਵੇਂ ਆ? ਉਦੋਂ ਕਿਹਾ ਕਿ ਨਹੀਂ ਮਾਮਾ ਕੁੜੀ ਠੀਕ ਨਹੀਂ ਹੈ। ਫਿਰ ਉਸ ਤੋਂ ਬਾਅਦ ਤਾਂ 3 ਕੁ ਮਹੀਨੇ ਪਹਿਲਾਂ ਤਾਂ ਮੈਨੂੰ ਪਤਾ ਹੀ ਲੱਗ ਗਿਆ, ਕਿਉਂਕਿ ਕਲਿਆਣੀ ਦੀ ਮੰਮੀ ਆਈ, ਇਹਦਾ ਡੈਡੀ ਆਇਆ, ਮੈਨੂੰ ਦੱਸਿਆ ਉਹਨਾਂ ਨੇ ਵੀ ਐਂ ਕਰਕੇ ਸਾਡੇ ਕੋਲੇ ਵਿਆਹ ਦਾ ਤੁਸੀਂ ਕਿਉਂ ਨਹੀਂ ਕਰ ਰਹੇ, ਸਿੱਪੀ ਟਾਲ ਮਟੋਲ ਕਿਉਂ ਕਰ ਰਿਹਾ? ਫਿਰ ਉਹਨਾਂ ਨੇ ਦੱਸਿਆ ਜੀ ਸਾਨੂੰ ਸਿੱਪੀ ਨੇ ਫੋਟੋਆਂ ਭੇਜੀਆਂ, ਸਿੱਪੀ ਨੇ ਉਹਨਾਂ ਨੂੰ ਦੱਸਿਆ ਸੀ ਵੀ ਤੁਹਾਡੀ ਕੁੜੀ ਦੇ ਲੱਛਣ ਅੱਖਰ ਬੋਲਿਆ ਸੀ, ਦੇਖੋ ਆਂਟੀ ਲੱਛਣ ਦੇਖੋ। ਮੈਨੂੰ ਤਾਂ ਹੁਣ ਇੱਕ ਇੱਕ ਗੱਲ ਪਤਾ, ਸਟੋਰੀ ਪਤਾ, ਸਬੀਨਾ ਤੇ ਸਬੀਨਾ ਦਾ ਘਰ ਵਾਲਾ ਘਰ ਆਏ ਆ ਸਾਡੇ, ਮੈਨੂੰ ਦੱਸਿਆ ਨਾਲ ਕਲਿਆਣੀ ਵੀ ਆਈ ਹੈ। ਕਲਿਆਣੀ ਦੀ ਉਦੋਂ ਹਾਲਤ ਦੇਖਣ ਵਾਲੀ ਸੀ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਗਲਤ। ਮੈਂ ਕਿਹਾ ਵੀ ਸਿੱਪੀ ਨੂੰ, ਮੈਂ ਕਿਹਾ ਸਿੱਪੀ ਮੈਨੂੰ ਇਹ ਤੋਂ ਡਰ ਲੱਗਦਾ ਮੇਰੀਆਂ ਅੱਖਾਂ ਤੋਂ। ਸਗੋਂ ਸਿੱਪੀ ਦੀ ਵਰਡਿੰਗ ਸੀ, ਮਾਮਾ ਭੱਜਦਿਆਂ ਨੂੰ ਵਾਹਨ ਇੱਕੋ ਜਿਹੇ ਹੁੰਦੇ ਆ, ਦੇਸੀ ਬੋਲੀ 'ਚ ਇਹੀ ਬੋਲਿਆ। ਕੋਈ ਨਹੀਂ ਮਾਮਾ, ਕਿ ਮੈਨੂੰ ਮੈਂ ਕੈਨੇਡਾ ਜਾਇਆ ਮੈਂ, ਫਿਰ ਮੈਂ ਆ ਕੇ ਦੇਖਦਾ। ਸਿਰਫ ਅਸੀਂ ਜੇ ਚੁੱਪ ਕਰਕੇ ਬੈਠੇ ਸੀ ਨਾ, ਸਿੱਪੀ ਨੂੰ ਇਹੀ ਸੀਗਾ ਵੀ ਮੈਂ ਜਾਇਆ ਵਾਂ ਪਿੱਛੋਂ ਕਿਤੇ ਜ਼ਿੱਪੀ ਨੂੰ ਤੇ ਮੇਰੀ ਮੰਮੀ ਦਾ ਕੋਈ ਨੁਕਸਾਨ ਨਾ ਕਰਦੇ। ਡਰ ਤਾਂ ਉਹ ਸਾਡੇ ਤੋਂ ਰਿਹਾ ਸੀਗਾ ਵੀ ਕਿਤੇ ਇਹਨਾਂ ਦਾ ਨੁਕਸਾਨ ਨਾ ਕਰਦੇ, ਮੈਂ ਜਾ ਕੇ ਵਾਪਸ ਆ ਜਾ, ਫਿਰ ਮੈਂ ਦੇਖੂੰਗਾ। ਮੈਮ ਇਹ ਜਿਹੜਾ ਸਾਰਾ ਵਾਕਾ ਹੁੰਦਾ ਵਾ 18 19 20 3 ਦਿਨਾਂ ਦੇ ਅੰਦਰ ਅੰਦਰ ਹੋ ਜਾਂਦਾ ਹੈ? 3 ਦਿਨ ਕਲਿਆਣੀ ਆਈ ਹੈ ਬੇਟੇ। 18 ਨੂੰ ਤਾਂ ਮੈਂ ਦੇਖੀ ਹੈ, 19 ਤਰੀਕ ਨੂੰ ਸ਼ਾਮ ਨੂੰ ਸਿੱਪੀ ਨੇ ਜਾ ਕੇ ਦੱਸਿਆ। ਸਿੱਪੀ ਕੋਈ ਇਹਨੂੰ ਮੈਨੂੰ ਲੱਗਦਾ ਅੱਧਾ ਕੁ ਘੰਟਾ ਮਿਲਿਆ, ਦੱਸਿਆ ਮਾਮਾ 27 ਦੇ ਵਿੱਚ ਪਾਰਕ ਦਾ ਮੈਂਸ਼ਨ ਕੀਤਾ। ਮੈਂ ਅੱਗੋਂ ਪੁੱਛਿਆ, ਮੈਂ ਕਿਹਾ ਬੇਟੇ 27 'ਚ ਇੰਨੀ ਦੂਰ ਕਿਉਂ? ਕਿਤੇ ਉਹਨਾਂ ਨੇ ਕੋਠੀ ਖਰੀਦ ਲਈ, ਮੈਨੂੰ ਪਤਾ ਨਹੀਂ ਤੇ ਕੋਠੀਆਂ ਬੜੀਆਂ ਵਿਕਾਊ ਆ ਵੱਡੀਆਂ ਵੱਡੀਆਂ। ਮੈਂ ਕਿਹਾ ਕੋਈ ਵੀ ਆਂਟੀ ਨੇ ਕੋਠੀ ਲੈ ਲਈ? ਨਹੀਂ, ਕਹਿੰਦਾ ਮਾਮਾ ਕਲਿਆਣੀ ਦੀ ਕੋਈ ਫਰੈਂਡ ਇੱਥੇ ਕੋਈ ਕੰਮ ਕਰ ਰਹੀ ਹੈ। ਝੂਠ ਬੋਲਤਾ ਨਾ ਉਹਨੇ, ਕੁੜੀ ਨੇ। ਉਹਨੇ ਪੁੱਛਿਆ ਹੋਣਾ ਵੀ 27 'ਚ ਕਿਉਂ? ਉਹਨੇ ਕਹਿਤਾ ਵੀ ਮੈਂ ਇੱਥੇ ਉਹ ਕਰ ਰਹੀ ਹਾਂ, ਕੰਸਲਟੇਸ਼ਨ ਦਿੰਦੀ ਹਾਂ। ਇਹ ਸੀਗੀ ਡਾਈਟੀਸ਼ੀਅਨ। ਤਾਂ ਸਿੱਪੀ ਵਿਚਾਰਾ ਉਹਦੀ ਚਾਲ ਦੇ ਵਿੱਚ ਆ ਗਿਆ। ਸਿੱਪੀ ਜਦੋਂ 19 ਨੂੰ ਜਾ ਕੇ ਮੈਨੂੰ ਸਾਰਾ ਦੱਸਿਆ, ਕਹਿੰਦਾ ਮਾਮਾ ਕਲਿਆਣੀ ਮੈਨੂੰ ਕਹਿੰਦੀ ਹੈ ਮੇਰੀ ਅੱਜ ਦੀ ਦਵਾਈ ਰਹਿ ਗਈ, ਮੈਂ ਡਿਪਰੈਸ਼ਨ ਵਿੱਚ ਸੀ ਸਿੱਪੀ, ਅੱਜ ਦੀ ਰਹਿ ਗਈ ਲਾਸਟ ਗੋਲੀ। ਤੁਸੀਂ ਦੇਖੋ ਟੌਂਟ ਕੀਤਾ ਬੱਚੇ ਨੂੰ। ਉਹਨੂੰ ਕੀ, ਉਹਨੇ ਵੀ ਖੁਸ਼ ਹੋ ਕੇ ਮੈਨੂੰ ਕਿਹਾ ਮਾਮਾ ਕਲਿਆਣੀ ਕਹਿੰਦੀ ਹੈ ਮੇਰੀ ਅੱਜ ਦੀ ਗੋਲੀ ਰਹਿ ਗਈ। ਬਹਾਨਾ ਬਣਾਉਂਦੀ ਸੀ ਨਾ, ਕਿਉਂਕਿ ਇਹਦੀ 2-3 ਮਹੀਨਿਆਂ ਤੋਂ ਮੈਨੂੰ ਵੀ ਲੱਗ ਰਿਹਾ ਸੀ, ਜਦੋਂ ਭੱਜੀ ਫਿਰਦੀ ਸੀ ਘਰ ਨੇ ਬੜੇ ਗੇੜੇ ਮਾਰੇ। ਮੈਂ ਕਿਹਾ ਸਿੱਪੀ ਮੇਰੀ ਵਰਡਿੰਗ ਸੀ, ਸਿੱਪੀ ਇਹ ਪੂਛ ਚੱਕੀ ਕਿਉਂ ਭੱਜੀ ਫਿਰਦੀ ਆ? ਇਹ ਮੈਂ ਆਖਿਆ, ਮੈਂ ਕਿਹਾ ਇੰਨੇ ਗੇੜੇ ਲਾਉਂਦੀ ਆ। ਕਹਿੰਦਾ ਮਾਮਾ ਇਹ ਡਿਪਰੈਸ਼ਨ 'ਚ, ਕਿਉਂਕਿ ਉਹਨੇ ਸਿੱਪੀ ਕੋਲੇ ਝੂਠ ਬੋਲਿਆ। ਉਹਦਾ ਰੀਜ਼ਨ ਇਹ ਸੀਗਾ ਵੀ ਉਹਦੇ ਸੋਚ ਰਹੀ ਸੀ ਮਰਡਰ ਦਾ, ਕਿਉਂਕਿ ਥੋੜ੍ਹੀ ਜਿਹੀ ਮੇਰੇ ਕੋਲੇ ਵੀ ਜਦੋਂ ਬੈਠੀ 2-4 ਵਾਰੀ ਐਂ ਬੈਠੀ ਸੀ। ਮੈਂ ਕਿਹਾ ਐਂ ਕਿਉਂ ਬੈਠਦੀ ਆ, ਕਿਵੇਂ ਕੀ ਹੋਇਆ? ਕਹਿੰਦਾ ਮਾਮਾ ਡਿਪਰੈਸ਼ਨ 'ਚ। ਤੇ ਉਸ ਦਿਨ ਵੀ ਕਿਹਾ ਸਿੱਪੀ ਮੇਰੀ ਅੱਜ 19 ਤਰੀਕ ਨੂੰ ਕਿਹਾ ਉਂਗਲ ਕਰਕੇ, ਕਹਿੰਦਾ ਮਾਮਾ ਮੈਨੂੰ ਕਹਿੰਦੀ ਹੈ ਸਿੱਪੀ ਮੇਰੀ ਅੱਜ ਲਾਸਟ ਗੋਲੀ ਰਹਿ ਗਈ। ਤੁਸੀਂ ਅਜੇ ਦੱਸੋ ਫਿਰ ਮੈਨੂੰ ਤਾਂ ਮੈਂ ਉਸੇ ਦਿਨ ਦੀ, ਉਹ ਕਹਿ ਰਹੇ ਨਾ ਉਹਨਾਂ ਦਾ ਵਕੀਲ ਕਹਿੰਦਾ ਵੀ ਇਹ 7 ਸਾਲਾਂ ਬਾਅਦ ਕਹਿ ਰਹੇ ਆ, ਮੈਂ ਉਸੇ ਰਾਤ ਦੀ ਲੱਗੀ ਆ। ਮੇਰੇ ਮੁੰਡੇ ਨੂੰ ਖਾ ਗਈ, ਮੇਰੇ ਮੁੰਡੇ ਨੂੰ ਖਾ ਗਈ। ਜੇ ਮੈਂ 5-4 ਦਿਨ ਬੇਹੋਸ਼ ਰਹੀ, ਮੈਨੂੰ ਨਹੀਂ ਸੁੱਤ, ਮੇਰਾ ਕੀ ਕਸੂਰ ਆ? ਜੇ ਮੈਂ ਹੋਸ਼ ਵਿੱਚ ਹੁੰਦੀ ਮੈਂ ਉੱਤੋਂ ਜਾ ਕੇ ਕਲਿਆਣੀ ਦਾ ਐਂ ਹੱਥ ਫੜ ਕੇ ਲੈ ਕੇ ਆਉਂਦੀ, ਨਾਲੇ ਉਦੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ, ਉਹਦੀਆਂ ਲੱਤਾਂ ਕੰਬੀ ਜਾਂਦੀਆਂ ਹੁੰਦੀਆਂ। ਭਾਜੀ ਕਿੱਥੇ ਦੇਖਦੇ ਹੋ, ਜਦੋਂ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਕਤਲ ਦਾ ਕਾਰਨ ਕੀ ਹੋ ਸਕਦਾ ਹੈ? ਕਿ ਸਿੱਪੀ ਨੇ ਇਹ ਸਾਰੀਆਂ ਚੀਜ਼ਾਂ ਘਰੇ ਦੱਸ ਦਿੱਤੀਆਂ ਸੀਗੀਆਂ, ਉਹਨਾਂ ਦੇ ਪਰਿਵਾਰ ਦੇ ਵਿੱਚ ਪਤਾ ਲੱਗ ਗਈਆਂ ਸੀਗੀਆਂ, ਇਹ ਕਾਰਨ ਬਣਿਆ? ਜਾਂ ਜਿਵੇਂ ਤੁਸੀਂ ਦੇਖਦੇ ਹੋ ਕਿ ਵੀ ਹੋਰ ਲੋਕਾਂ ਦੇ ਨਾਲੋਂ ਸ਼ਾਮਲ ਸੀਗੀ, ਇਨਵੋਲਵ ਸੀਗੀ, ਕੁਝ ਗਲਤ ਐਕਟੀਵਿਟੀਜ਼ ਹੁੰਦੀਆਂ ਸੀਗੀਆਂ, ਜਾਂ ਉਹ ਕਾਰਨ ਮੰਨਦੇ ਹੋ ਕਿ ਉਹਨਾਂ ਲੋਕਾਂ ਨੇ ਇਸ ਨੂੰ ਉਕਸਾਇਆ, ਜਾਂ ਇਹੀ ਖੁਦ ਕਲਿਆਣੀ ਨੇ ਹੀ ਕਤਲ ਕੀਤਾ, ਜਾਂ ਕੋਈ ਹੋਰ ਬੰਦਾ ਇਨਵੋਲਵ ਹੈਗਾ ਵਾ? ਉਹ ਕਿਹੜਾ ਹੋ ਸਕਦਾ? ਤੁਹਾਨੂੰ ਕਿਹਦੇ ਤੇ ਜ਼ਿਆਦਾ ਸ਼ੱਕ ਹੈਗਾ ਵਾ? ਦੇਖੋ ਭਾਜੀ, ਇਹਨਾਂ ਦੇ ਫੈਮਿਲੀ ਵਾਲੇ ਬੰਦੇ ਹੀ ਹੈ। ਅਸੀਂ ਦੇਖੋ ਉਹਦੇ ਤੇ ਟਿੱਪਣੀ ਤਾਂ ਨਹੀਂ ਕਰਦੇ, ਅਸੀਂ ਤਾਂ ਉਹੀ ਚੀਜ਼ ਦੱਸ ਰਹੇ ਹਾਂ ਕਿ ਜਿਹੜੀ ਚਲਾਨ 'ਚ ਲਿਖੀ ਹੈ। ਚਲਾਨ 'ਚ ਜਿਹੜਾ ਇਹਨਾਂ ਨੇ ਮੋਟਿਵ ਬਣਾਇਆ ਆਹੀ ਬਣਾਇਆ ਕਿ ਇਹਦੀਆਂ ਜਦੋਂ ਪਿਕਚਰਸ ਲੀਕ ਹੋ ਗਈਆਂ, ਇਹਦੇ ਭਾਜੀ ਹੁਣ ਆਪਾਂ ਆਪ ਸਿਆਣੇ ਆ, ਆਪਾਂ ਆਹੀ ਸੁਸਾਇਟੀ 'ਚ ਬਿਲੋਂਗ ਕਰਦੇ ਹਾਂ, ਕੁੜੀ ਦੀਆਂ ਆਪਦੇ ਮਟਰਨਲ ਅੰਕਲ ਨਾਲ ਫੋਟੋਜ਼ ਹੋ ਜਾਣ, ਐਂਡ ਇਹ ਜਿਹੀਆਂ ਫੋਟੋਜ਼ ਹੈ, ਯੂ ਵੋਂਟ ਬਲੀਵ ਇਟ, ਮੈਂ ਦੱਸਦਾ ਵੀ ਔਨ ਰਿਕਾਰਡ ਚੰਗਾ ਨਹੀਂ ਲੱਗਦਾ। ਤੇ ਦੈਟ ਵਾਸ ਦਾ ਮੋਟਿਵ ਆਫ ਦਾ ਮਰਡਰ। ਐਂਡ ਜਿਹੜਾ ਇਹਨਾਂ ਨੇ CBI ਨੇ ਲਿਖਿਆ, CBI ਨੇ ਉਹ ਦੂਜੇ ਬੰਦੇ ਦਾ ਨਾਮ ਨਹੀਂ ਲਿਖਿਆ। ਉਹਨਾਂ ਨੇ ਆਖਿਆ ਕਿ ਕਲਿਆਣੀ ਨੇ 2 ਫਾਇਰ ਮਾਰੇ, 2 ਬੰਦੇ ਨੇ ਮਾਰੇ ਹੈ।
ਸੋ ਦਿਸ ਇਜ਼ ਦ ਥਿੰਗ। ਹਾਂਜੀ ਹਾਂਜੀ। ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗੇ ਨੇ ਕਲਿਆਣੀ ਦੇ ਜੋ ਗਲਤ ਉਹਨਾਂ ਦੇ ਵੱਲੋਂ ਐਕਟੀਵਿਟੀਜ਼ ਕਿਸੇ ਹੋਰ ਲੋਕਾਂ ਦੇ ਨਾਲ ਕੀਤੀਆਂ ਜਾਂਦੀਆਂ ਸੀਗੀਆਂ, ਉਹ ਸਾਰੇ ਐਵੀਡੈਂਸ ਤੁਸੀਂ ਆਲਰੇਡੀ ਦੇ ਚੁੱਕੇ ਹੋ? ਬਿਲਕੁਲ ਭਾਜੀ, ਸੀਬੀਆਈ ਕੋਲੇ ਵੀ ਇਹ ਸਾਨੂੰ ਉਹਨਾਂ ਤੋਂ ਹੀ ਮਿਲ ਗਿਆ, ਸਾਰਾ ਕੁਝ ਮਿਲ ਗਿਆ ਸਾਨੂੰ। ਅਸੀਂ ਹੁਣ ਵੀ ਜ਼ਮਾਨਤ ਵੇਲੇ ਵੀ ਇਹਦੀਆਂ ਕਲਿਆਣੀ ਦੀਆਂ ਸਨੈਪਸ ਜੱਜ ਸਾਹਿਬ ਨੂੰ ਦਿੱਤੀਆਂ ਸੀਗੀਆਂ ਇਹਦੇ ਮਟਰਨਲ ਅੰਕਲ ਨਾਲ। ਸਾਡਾ ਹੁਣ ਮੇਨ ਜਿਹੜਾ ਮੁੱਦਾ ਸੀਗਾ ਅੱਜ ਪ੍ਰੈਸ ਕਾਨਫਰੰਸ ਦਾ ਆਹੀ ਸੀ, ਜਿਹੜੀ ਵੀ ਐਵੀਡੈਂਸ ਅਸੀਂ ਪਲੇਸ ਔਨ ਰਿਕਾਰਡ ਕੀਤੀ ਸੀਗੀ, ਵਾਈ ਹੀ ਡਿਡਨਟ ਮੈਂਸ਼ਨ। ਜੱਜ ਸਾਹਿਬ ਨੇ ਉਹ ਤਾਂ ਕੁਝ ਮੈਂਸ਼ਨ ਹੀ ਨਹੀਂ ਕੀਤਾ। ਸਾਡੇ ਵਕੀਲ ਸਾਹਿਬ ਦਾ ਜਿਹੜਾ ਵੀ ਇੱਕ ਆ ਬੈਸਟ ਆਫ ਲੱਕ ਦਾ ਮੈਸੇਜ, ਹੋਰ ਜਿੰਨੀ ਵੀ ਐਵੀਡੈਂਸ ਸੀ, ਬਹੁਤ ਐਵੀਡੈਂਸ ਹੈ, ਤੇ ਕੁਝ ਵੀ ਮੈਂਸ਼ਨ ਨਹੀਂ ਕੀਤਾ। ਬੇਸਿਕਲੀ ਜਿਹੜੀ ਭਾਜੀ ਵਾਟ ਦ ਜੱਜ ਸਾਹਿਬ ਵਾਸ ਟਰਾਈਂਗ ਟੂ ਡੂ ਵਾਸ ਹੀ ਵਾਸ ਟਰਾਈਂਗ ਟੂ ਇਨਫਲੂਐਂਸ ਦ ਟ੍ਰਾਇਲ ਕੋਰਟ ਪ੍ਰੋਸੀਡਿੰਗਸ। ਕਦੇ ਵੀ ਜੱਜਮੈਂਟ ਨਾ 49 ਪੇਜ ਦੀ ਜੱਜਮੈਂਟ ਹੈ, ਜੱਜਮੈਂਟ ਸਿਰਫ 7-8 ਪੇਜਸ ਦੀ ਹੁੰਦੀ ਹੈ। ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਕਿ ਤੁਸੀਂ ਕੋਈ ਬਾਹਲਾ ਕੇਸ ਬਾਰੇ ਨਾ ਦੱਸੋ, ਆਈਦਰ ਤੁਸੀਂ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ, ਯੂ ਡੋਂਟ ਨੀਡ ਟੂ ਮੈਂਸ਼ਨ ਐਨੀਥਿੰਗ ਬਿਕੋਜ਼ ਉਹ ਟ੍ਰਾਇਲ ਕੋਰਟ ਤੇ ਇਨਫਲੂਐਂਸ ਕਰਦੀ ਹੈ। ਹੁਣ ਭਾਜੀ ਅੰਡਰਸਟੂਡ ਹੀ ਹੈ ਕਿ ਆ ਕਿਉਂ ਕਰ ਰਹੀ ਹੈ। ਸਬੀਨਾ ਇਹਦੀ ਕੁਲੀਗ ਹੈ ਜਿਹੜੀ ਹੈ, ਬਟ ਸਾਨੂੰ ਫੇਰ ਵੀ ਜੁਡੀਸ਼ਰੀ ਤੇ ਭਰੋਸਾ ਹੈ ਜੀ, ਉੱਤੇ ਸਾਰਿਆਂ ਤੇ ਭਰੋਸਾ ਹੈਗਾ। ਅਸੀਂ ਐਂਡ ਤੱਕ ਲੜਾਈ ਲੜਾਂਗੇ ਪੂਰੀ। ਹਾਂਜੀ ਭਾਜੀ, ਕਿੱਥੇ ਸੀਗੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਵੀ ਇਹ ਵਾਕਾ ਹੋ ਜਾਂਦਾ, ਤੁਹਾਡੇ ਪਰਿਵਾਰ ਦੇ ਵਿੱਚੋਂ ਇੱਕ ਜਿਹੜਾ ਜੀ ਉਹਦੇ ਹਮਲਾ ਹੋ ਜਾਂਦਾ ਹੈ, ਬਾਅਦ ਚੋਂ ਪਤਾ ਲੱਗਦਾ ਕਿ ਵੀ ਉਹ ਤੁਹਾਡੇ ਨਾਲ ਨਹੀਂ ਹੈਗਾ ਹੁਣ, ਉਦੋਂ ਤੁਸੀਂ ਕਿੱਥੇ ਸੀਗੇ? ਮੈਂ ਘਰ ਹੀ ਸੀਗਾ ਜੀ। ਸਾਨੂੰ ਤਾਂ ਮਦਰ ਨੂੰ ਜੀ ਕਾਲ ਆਉਂਦੀ, ਜਦੋਂ ਮਦਰ ਫੋਨ ਕਰਦੇ ਆ, ਇੱਥੇ ਜਿਹੜੀ ਐਸਐਚਓ ਪੂਨਮ ਦਿਲਾਵਰੀ ਹੈ, ਉਹ ਇਹਨਾਂ ਨੂੰ ਕਾਲ ਕਰਦੀ, ਇਹਨਾਂ ਨੇ ਫੋਨ ਕੀਤਾ ਉਹਨੂੰ। ਜਦੋਂ ਇਹਨਾਂ ਨੂੰ ਕਹਿ ਕੇ ਗਿਆ, ਮਾਮਾ ਨੂੰ ਕਹਿ ਕੇ ਗਿਆ ਉਸ ਦਿਨ ਕਿ ਮੈਂ ਕਲਿਆਣੀ ਨੂੰ ਮਿਲਣ ਚੱਲੇ 27 ਸੈਕਟਰ ਦੇ ਪਾਰਕ ਇਸ ਦਿਨ। ਹਾਂਜੀ ਹਾਂ ਮਾਤਾ ਜੀ ਦੱਸ। ਕਦੇ ਵੀ ਦਿਨ ਦਾ ਸ਼ੋਅ ਨਹੀਂ ਦੇਖਦਾ ਪਿਕਚਰ ਵਾਲਾ, ਹਮੇਸ਼ਾ ਰਾਤ ਨੂੰ ਦੇਖਦਾ। ਮੇਰੇ ਨਾਲ ਵੀ ਜਾਊਗਾ, ਹਮੇਸ਼ਾ ਰਾਤ ਨੂੰ ਪਿਕਚਰ ਦੇਖਣ ਜਾਂਦਾ ਵੀ ਮੈਂ ਸੌਂ ਜੂ ਮਾਮਾ ਤੁਸੀਂ ਦੇਖ ਲਿਓ। ਉਸ ਦਿਨ ਉਹਨੇ ਸ਼ਾਮ ਨੂੰ ਸ਼ੋਅ ਦੇਖਿਆ ਪਿਕਚਰ ਦਾ, ਰਾਤ ਦਾ ਨਹੀਂ ਦੇਖਿਆ। ਮੈਂ ਸਗੋਂ ਕਿਹਾ, ਜਦੋਂ ਉਹਨੇ ਮੈਨੂੰ ਦੱਸਿਆ 1 ਵਜੇ ਤੱਕ ਅਸੀਂ ਮਾਂ ਪੁੱਤ ਇਕੱਠੇ ਸੀ, ਕਿਸੇ ਭੋਗ ਤੇ ਅਸੀਂ ਇਕੱਠੇ ਗਏ ਸੀ। ਉਸ ਤੋਂ ਬਾਅਦ ਕਹਿੰਦਾ ਮਾਮਾ ਮੈਂ ਪਿਕਚਰ ਚੱਲਿਆ ਸ਼ਲੀਨ ਦੇ ਨਾਲ, ਉਹਦੀ ਫਰੈਂਡ ਸਾਡੇ ਨੇਬਰ ਹੈ। ਤੇ ਮੈਂ ਕਿਹਾ ਸੀ ਵੀ ਤੂੰ ਦਿਨ ਵੇਲੇ ਪਿਕਚਰ ਵੇਖਦਾ? ਕਹਿੰਦਾ ਸ਼ਾਮ ਨੂੰ ਮੈਂ ਜਾਣਾ ਕਿਤੇ। ਉਸ ਤੋਂ ਬਾਅਦ ਇਹ ਪਿਕਚਰ ਵੇਖ ਕੇ ਆਇਆ। ਉਹ ਜਦੋਂ ਘਰ ਪਹੁੰਚਿਆ, ਇਹ ਐਵਰੈਸਟ ਮੂਵੀ ਦੇਖੀ ਸੀ ਇਹਨੇ। ਜਦੋਂ ਇਹ ਘਰੇ ਆਇਆ, ਇਹਨੇ ਮੇਰੇ ਕੋਲ 15 ਮਿੰਟ ਲਾਏ ਆ। ਕਮੀਜ਼ ਸ਼ਰਟ ਚੇਂਜ ਕੀਤਾ, ਬਲੂ ਜਿਹੜਾ ਇਹਦੇ ਪਾਇਆ ਹੋਇਆ ਡੈਥ ਵੇਲੇ, ਉਦੋਂ ਇਹਨੇ ਟੀ-ਸ਼ਰਟ ਪਾਈ ਹੈ। ਉਸ ਤੋਂ ਬਾਅਦ ਕਹਿ ਕੇ ਚੱਲਿਆ ਮਾਮਾ ਕਲਿਆਣੀ ਬੁਲਾਈ ਜਾਂਦੀ ਹੈ ਮੈਨੂੰ। ਤੇ ਮੈਂ ਕਿਹਾ ਤੂੰ ਤਾਂ ਕੱਲ੍ਹ ਵੀ ਗਿਆ ਸੀ ਉੱਥੇ। ਕਹਿੰਦਾ ਤੁਹਾਨੂੰ ਪਤਾ ਤਾਂ ਹੈਗਾ। ਮੈਨੂੰ ਤਾਂ ਪਤਾ ਸੀਗਾ ਵੀ ਕੀ ਇਹਨਾਂ ਦਾ ਰੌਲਾ ਚੱਲ ਰਿਹਾ, ਤੇ ਲੱਤਾਂ ਦੁਖੀ ਜਾਂਦੀਆਂ, ਮੇਰਾ ਜੀ ਨਹੀਂ ਕਰਦਾ। ਫਿਰ ਮੈਂ ਹੀ 1 ਮਿੰਟ ਤਾਂ ਮੈਂ ਬੋਲੀ ਨਹੀਂ। ਮੈਂ ਫਿਰ ਕਹਿਤਾ, ਹੁਣ ਮੈਨੂੰ ਜਿਸ ਗੱਲ ਦਾ ਅਫਸੋਸ ਹੈ, ਮੈਂ ਕਿਹਾ ਜਾ ਸੁਣਿਆ ਉਹ ਕੀ ਕਹਿੰਦੀ ਹੈ। ਮੈਨੂੰ ਪਤਾ ਸੀ ਵੀ ਉਹੀ ਜਿਹੜਾ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਫਿਰ ਤੁਸੀਂ ਇੱਥੇ ਮੌਕੇ ਤੇ ਪਹੁੰਚਦੇ ਹੋ? ਬੇਟੇ ਮੈਂ ਫੋਨ ਕੀਤਾ 11 ਵਜੇ, ਕਿਉਂਕਿ ਮੈਨੂੰ ਪਤਾ ਸੀ ਕਲਿਆਣੀ ਨਾਲ ਆ। ਮੈਨੂੰ ਇਹ ਸੀ ਵੀ ਇਹਨਾਂ ਨੇ ਇਕੱਠੇ ਖਾਣਾ ਖੂਣਾ ਖਾਣਗੇ ਫਿਰ ਆਉਣਗੇ। 11 ਵਜ ਗਏ ਤੇ ਮੈਂ ਕਾਲ ਕੀਤਾ, ਸਿੱਪੀ ਨੇ ਚੱਕਿਆ ਨਹੀਂ। ਮੈਨੂੰ ਬੜਾ ਫਿਕਰ ਹੋਇਆ ਕਿਉਂਕਿ ਮੇਰੀ ਪਹਿਲੀ ਰਿੰਗ ਚੱਕਦਾ ਸੀ। ਫਿਰ ਮੈਂ 5 ਮਿੰਟ ਪਾਠ ਕੀਤਾ ਵੈਗਰੂ ਵੈਗਰੂ ਕਰਕੇ। ਫਿਰ ਮੈਂ 11:05 ਤੇ, ਅਦਰਵਾਈਜ਼ ਆਪਾਂ ਨੂੰ ਟਾਈਮ ਨਹੀਂ ਯਾਦ ਹੁੰਦਾ ਕਿਉਂਕਿ ਮੈਨੂੰ ਉਹਦੇ ਆਉਣ ਦਾ ਟਾਈਮ ਨਹੀਂ, 7:30 7:15 ਜਦੋਂ ਵੀ ਆਇਆ ਉਹ ਮੈਨੂੰ ਤਾਂ ਯਾਦ ਆ। ਮੈਂ ਘੜੀ ਵੇਖ ਕੇ 5 ਮਿੰਟ ਪਾਠ ਕੀਤਾ। 11:05 ਤੇ ਮੈਂ ਦੁਬਾਰਾ ਕਾਲ ਕੀਤੀ ਆ, ਸਿੱਪੀ ਬੇਟਾ ਫੋਨ ਚੱਕ ਲਾ ਬੋਲ ਬੋਲ ਕੇ। 11:05 ਤੇ ਪੁਲਿਸ ਵਾਲੀ ਬੋਲੀ ਆ, ਕਹਿੰਦੀ ਕਰੋ ਫੋਨ। ਮੈਂ ਇੱਕਦਮ ਘਬਰਾ ਗਈ। ਤੁਸੀਂ ਕੌਣ ਹੋ? ਮੇਰੇ ਬੇਟੇ ਨੂੰ ਫੋਨ ਫੜਾਓ। ਮੇਰੇ ਫੋਨ ਤੁਹਾਡੇ ਬੇਟੇ ਦਾ ਤਾਂ ਜੀ ਐਕਸੀਡੈਂਟ ਹੋ ਗਿਆ, ਇਹ ਹੋ ਗਿਆ। ਮੈਂ ਕਿਹਾ ਉਹਦੇ ਨਾਲ ਕਲਿਆਣੀ ਵੀ ਆ? ਮੈਨੂੰ ਉਹਨੇ ਐਕਸੀਡੈਂਟ ਅੱਖਰ ਕਿਹਾ। ਮੈਂ ਕਿਹਾ ਉਹਦੇ ਨਾਲ ਕਲਿਆਣੀ ਵੀ ਆ। ਮੁੜ ਕੇ ਤਾਂ ਮੈਂ ਜਿਹਨੂੰ ਕਹਿੰਦੇ ਤੁਸੀਂ ਘਰ 'ਚ ਹਾਲ ਸੋਚ ਸਕਦੇ ਹੋ, ਚੀਕਾਂ ਮਾਰ, ਨੌਕਰਾਂ ਨੂੰ ਬੁਲਾ, ਇਹਨੂੰ ਬੁਲਾ, ਵੀ ਫਟਾਫਟ ਇਹ ਸੁੱਤਾ ਪਿਆ ਸੀ। ਮੈਂ ਕਿਹਾ ਜ਼ਿੱਪੀ ਫਟਾਫਟ, ਤੇ ਵੀਰ ਨੂੰ ਕੁਛ ਹੋ ਗਿਆ। ਫਿਰ ਫੋਨ ਇਹਨੂੰ ਫੜਾ ਤਾਂ ਮੈਨੂੰ ਕੋਈ ਸੁੱਤ ਨਹੀਂ। ਭਾਜੀ ਫਿਰ ਤੁਸੀਂ ਇੱਥੇ ਪਹੁੰਚਦੇ ਹੋ, ਆ ਸਪੌਟ ਹੈ ਹੁਣ? ਹਾਂਜੀ ਭਾਜੀ ਆਹੀ ਹੈ ਜੀ। ਕਿਹੜੀ ਜਗ੍ਹਾ ਤੇ? ਇੱਥੇ ਭਾਜੀ। ਚਿਹਰਾ ਕਿੱਧਰ ਹੁੰਦਾ ਉਹਨਾਂ ਦਾ? ਹਾਂਜੀ ਚਿਹਰਾ ਕਿੱਧਰ ਹੁੰਦਾ? ਚਿਹਰਾ ਅੱਧਰ ਹੀ ਸਾਈਡ ਸੀਗਾ ਜੀ। ਕਿੱਧਰ? ਹਾਂਜੀ ਉਹ ਇਧਰੋਂ ਵਾਕ ਕਰਦੇ ਪਏ ਸੀ? ਬਿਲਕੁਲ ਜੀ ਬਿਲਕੁਲ ਭਾਜੀ। ਇਧਰੋਂ ਵਾਕ ਕਰਦੇ ਜਾ ਰਹੇ ਆ? ਹਾਂਜੀ ਜਿਹੜੇ ਫਾਇਰ ਆ ਉਹ ਪਿੱਛੋਂ ਹੁੰਦੇ ਆ? ਬਿਲਕੁਲ ਭਾਜੀ ਬਿਲਕੁਲ। ਇੱਥੇ ਜਿਹੜਾ ਹੁਣ ਸਾਨੂੰ ਜਿਹੜੀਆਂ ਔਨ ਰਿਕਾਰਡ ਹੈ, ਬਿਕੋਜ਼ ਆਹ ਦੇਖੋ ਐਵੀਡੈਂਸ ਵਾਲੀ ਸੀਸੀਟੀਵੀ ਕਹਿੰਦੇ ਇਹਦੇ ਵਿੱਚ ਜਿਹੜਾ ਮਿਲਿਆ ਸੀਗਾ, ਹਾਂਜੀ, ਉਹਦੇ ਵਿੱਚ ਜੋ ਤੁਸੀਂ ਦੇਖਿਆ। ਹਾਂਜੀ ਨਹੀਂ ਭਾਜੀ, ਉਹ ਇੱਥੇ ਸੀਸੀਟੀਵੀ ਕੈਮਰਾਜ਼ ਨਹੀਂ ਸੀਗੇ, ਇੱਥੇ ਨਹੀਂ ਸੀਗੇ। ਉਹ ਤਾਂ ਜਦੋਂ ਉਹ ਬੰਦਾ ਨਾਲ ਆਇਆ, ਉਹ ਤਾਂ ਉਹਦੀ ਰਿਕਾਰਡਿੰਗ ਹੈਗੀ ਹੈ। ਹਾਂ, ਸੋ ਅਸੀਂ ਥੋੜਾ ਜਿਹਾ ਉਹਦੇ ਬਾਰੇ ਵੀ, ਬਿਕੋਜ਼ ਆਹ ਦੇਖੋ ਸਾਰੇ ਆ ਜੁਡੀਸ਼ੀਅਲ ਪ੍ਰੋਸੀਡਿੰਗਸ ਹੈਗੀਆਂ, ਸੋ ਅਸੀਂ ਐਵੀਡੈਂਸ ਦੇ ਬਾਰੇ ਵੀ ਇੰਨਾ ਵੀ ਡਿਸਕਸ ਨਹੀਂ ਕਰਨਾ ਚਾਹੁੰਦੇ, ਜਿਹੜੀ ਗੱਲ ਹੈਗੀ ਹੈ ਉਹਦੀ ਗੱਲ। ਹਾਂਜੀ ਯਾਨੀ ਕਿ ਜਦੋਂ ਉਹਨਾਂ ਤੇ ਫਾਇਰ ਹੁੰਦਾ ਵਾ, ਉਹਨਾਂ ਦਾ ਚਿਹਰਾ ਇੱਧਰ ਨੂੰ ਹੁੰਦਾ ਵਾ? ਬਿਲਕੁਲ ਜੀ, ਹਾਂਜੀ। ਪਿੱਛੋਂ ਫਾਇਰ ਕਰਕੇ ਤੇ ਤੁਸੀਂ ਕਿਹਾ ਵੀ 4 ਫਾਇਰ ਹੁੰਦੇ? 4 ਫਾਇਰ ਹੁੰਦੇ ਆ ਭਾਜੀ, 4 ਫਾਇਰ ਹੁੰਦੇ ਆ। ਹੁਣ ਜਿਹੜਾ ਚਲਾਨ 'ਚ ਜਿਹੜੀਆਂ ਚੀਜ਼ਾਂ ਲਿਖੀਆਂ, 2 ਫਾਇਰ ਦੂਜੇ ਉਹ ਬੰਦਾ ਮਾਰ ਰਿਹਾ, ਜਿਹੜਾ ਦੂਜਾ ਬੰਦਾ ਹੈ, 2 ਫਾਇਰ ਕਲਿਆਣੀ ਮਾਰ ਰਹੀ ਹੈ।
ਕਲਿਆਣੀ ਨੇ 2 ਫਾਇਰ ਮਾਰੇ ਹੈ ਦੇ ਵਿੱਚ ਜੋ ਇਹ ਜਿਹੜੇ ਇਹਨਾਂ ਕੋਲੇ ਐਵੀਡੈਂਸ ਸਾਰੀ ਹੈਗੀ ਹੈ, ਮਤਲਬ ਕਿ ਜਿਹੜੀ ਡਾਇਰੈਕਟ ਐਵੀਡੈਂਸ ਹੈ, ਜਿਹੜੀ ਵੀ ਐਵੀਡੈਂਸ ਹੈ, 2 ਫਾਇਰ ਉਹ ਬੰਦੇ ਨੇ ਮਾਰੇ ਹੈ, 2 ਮਾਰੇ ਹੈ ਕਲਿਆਣੀ ਨੇ। ਠੀਕ ਹਾਂ, ਆਹ ਚਾਰ ਸ਼ੀਟ 'ਚ ਆਹ ਚੀਜ਼ਾਂ ਲਿਖੀਆਂ। ਦੂਸਰੇ ਬੰਦੇ ਦਾ ਹਾਲੇ ਤੱਕ ਕਨਫਰਮ ਨਹੀਂ ਹੋਇਆ ਕਿ ਵੀ ਕੌਣ ਹੈ। ਭਾਜੀ ਦੇਖੋ, ਸਾਨੂੰ ਤਾਂ ਆਲਮੋਸਟ ਪਤਾ ਹੈ ਕਿਹੜਾ ਬੰਦਾ ਹੈ, ਬਟ ਅਸੀਂ ਹੁਣ ਉਹਦੇ ਬਾਰੇ ਮੈਂ ਦੇਖੋ ਲੀਗਲ ਗੱਲ ਕਰੂੰਗਾ ਕਿ ਮੈਂ ਤਾਂ ਉਹੀ ਚੀਜ਼ ਆਖੂੰਗਾ ਨਾ ਜਿਹੜੀ ਚਲਾਨ 'ਚ ਪੇਸ਼ ਕੀਤੀ ਹੈ। ਚਲਾਨ 'ਚ ਉਹਨਾਂ ਨੇ ਇੱਕ ਲਿਖਿਆ ਅਨਨੋਨ ਅਸੇਲੈਂਟ, ਆਹ ਤਾਂ ਹੈਗੀ ਹੈ। ਹੁਣ ਦੂਜੀ ਗੱਲ ਭਾਜੀ, ਵੈਸੇ ਤੁਹਾਨੂੰ ਦੱਸਾਂ, ਜਿਹੜੇ ਬਾਅਦ 'ਚ ਜਿਹੜੇ ਫਾਇਰ ਮਾਰੇ ਆ ਨਾ, ਉਹ ਮੂੰਹ ਤੇ ਵੱਜੇ। ਆਹ ਕਲਿਆਣੀ ਦੈਟ ਵਾਜ਼, ਦੇਖੋ ਜਦੋਂ ਪਹਿਲੇ 2 ਫਾਇਰ ਹੁੰਦਾ ਬੰਦਾ, ਉਦੋਂ ਆਲਮੋਸਟ 12 ਬੋਰ ਦੇ ਫਾਇਰ ਵੱਜਦੇ ਆ, ਖਤਮ ਹੀ ਹੋ ਜਾਂਦਾ। ਜਿਹੜੇ ਦੂਜੇ ਮਾਰੇ ਉਹ ਰੰਜਿਸ਼ ਜਿਵੇਂ ਕੱਢੀ ਹੈ, ਜਿਵੇਂ ਆਪਾਂ ਨੂੰ ਹੁੰਦਾ ਨਹੀਂ ਕਿਸੇ ਨਾਲ ਰੰਜਿਸ਼ ਕੱਢਣੀ ਹੈ। ਸੋ ਆਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਆ ਕੀ ਦਿਸ ਇਜ਼ ਜਿਹੜੀ ਹੈਗੀ ਵਿੱਚ ਜਿਹੜਾ ਸਮਾਨ ਸੀ। ਹਾਂਜੀ, ਦੂਸਰੀ ਜੀ ਜਿਹੜੀ ਗੱਲ ਇੰਪੋਰਟੈਂਟ ਗੱਲ ਹੈਗੀ ਹੈ ਕਿ ਅਸੀਂ ਚੰਡੀਗੜ੍ਹ ਪੁਲਿਸ ਨੇ ਆ ਕੇਸ ਬਹੁਤ ਖਰਾਬ ਕੀਤਾ ਹੈ। ਅਸੀਂ ਹੁਣ ਮੈਂ ਪ੍ਰੋਟੈਸਟ ਪਟੀਸ਼ਨ ਵੀ ਪਾਈ ਹੈ। ਸੋ ਜਿਹੜੀ ਪੂਨਮ ਦਲਾਵਰੀ SHO, ਅਸੀਂ ਉਹਨਾਂ ਨੂੰ ਵੀ ਇਨਵੋਲਵ ਕਰ ਰਹੇ ਹਾਂ ਵਿੱਚ ਕਿ 201 ਡਿਸਟਰਕਸ਼ਨ ਆਫ ਐਵੀਡੈਂਸ ਦੇ ਅੰਦਰ ਉਹ ਵੀ ਆਉਣ। ਇੱਕ ਗੋਰਖਪਾਲ ਸਿੱਧੂ ਹੈਗਾ, ASP ਹੈ, ਤੇ ਉਹਨਾਂ ਨੇ ਵੀ, ਬਿਕੋਜ਼ ਜਦੋਂ ਸਿੱਪੀ ਵੀਰ ਦਾ ਇੱਥੇ ਹੁੰਦਾ, ਸਿੱਪੀ ਵੀਰ ਦੇ ਜੇਬਾਂ 'ਚ ਸਾਰਾ ਕੁਝ ਸੀਗਾ, ਉਹਦੇ ID ਕਾਰਡ ਸੀਗੇ, FIR ਰਜਿਸਟਰ ਹੁੰਦੀ ਹੈ ਅਗੇਂਸਟ ਅਨਨੋਨ ਪਰਸਨ। ਸੋ ਦਿਸ ਇਜ਼ ਅ ਮੇਜਰ ਵੈਰੀ ਇੰਪੋਰਟੈਂਟ ਥਿੰਗ। ਦੂਜੀ ਗੱਲ, ਜਿਹੜੀਆਂ CCTV ਫੁਟੇजेस ਸਾਡੇ ਆਫਿਸ 'ਚੋਂ ਲੈ ਕੇ ਗਏ, ਇੱਥੋਂ ਲੈ ਕੇ ਗਏ ਹੈ, ਉਹਨਾਂ ਨੇ DVR ਦੇ ਦਿੰਦੇ ਇਹਨਾਂ ਨੂੰ, ਪੂਨਮ ਦਲਾਵਰੀ ਨੂੰ, IO ਨੂੰ। ਸ਼ੀ ਡਿਡਨਟ ਪੂਰੀ DVR ਨਹੀਂ ਲੈਂਦੀ, ਆਹ ਮੋਬਾਈਲ ਤੇ ਉਹ ਵੀਡੀਓ ਬਣਾ ਲੈਂਦੀ ਹੈ। ਹੁਣ ਜੇ ਆਹ ਕਿੱਥੋਂ ਦਾ ਰੂਲ ਹੈ ਕਿ ਤੁਸੀਂ ਮੋਬਾਈਲ ਤੇ ਬਣਾ ਲਓ ਉਹੀ 10-15 ਸੈਕਿੰਡ ਦੀ? ਵਾਟ ਸ਼ੀ ਸ਼ੁੱਡ ਹੈਵ ਡਨ ਇਜ਼ ਕਿ 3-4 ਘੰਟੇ ਪਹਿਲਾਂ ਦੀ ਬਣਾਉਂਦੀ, ਪ੍ਰੋਪਰ ਬੰਦਾ ਆਇਆ, ਬੰਦਾ ਗਿਆ, ਸਾਰਾ ਕੁਝ ਪਤਾ ਚੱਲਦਾ। ਸੋ ਆਹ ਸੀਰੀਅਸਲੀ ਆਹ 201 ਦਾ ਕੇਸ ਹੈ ਜੀ, ਡਿਸਟਰਕਸ਼ਨ ਆਫ ਐਵੀਡੈਂਸ। ਅਸੀਂ ਇਹਨਾਂ ਨੂੰ ਵੀ ਵਿੱਚ ਇਨਵੋਲਵ ਕਰਾਂਗੇ। ਹਾਂਜੀ, ਸੋ ਹੁਣ ਅੱਗੇ ਕੀ ਤੁਹਾਡੀ ਬੇਨਤੀ ਹੈਗੀ ਹੈ? ਚਲੋ ਤੁਸੀਂ ਵੈਸੇ ਦੱਸ ਵੀ ਦਿੱਤਾ ਵਾ, ਲਾਸਟ ਤੇ ਐਂਡਿੰਗ ਤੇ ਫਿਰ ਵੀ ਜਿਹੜੇ ਲੋਕ ਤੁਹਾਨੂੰ ਸੁਣਦੇ ਪਏ ਨੇ, ਕੀ ਅਪੀਲ ਹੈ ਲੋਕਾਂ ਤਾਈਂ? ਕੀ ਅਪੀਲ ਹੈ ਪ੍ਰਸ਼ਾਸਨ ਤਾਈਂ, ਸਰਕਾਰਾਂ ਤਾਈਂ ਕੀ ਅਪੀਲ ਹੈ, ਥੋੜੇ ਸ਼ਬਦਾਂ 'ਚ? ਦੇਖੋ ਭਾਜੀ, ਜੇ ਤਾਂ ਕਿਸੇ ਪੋਲੀਟੀਸ਼ੀਅਨ ਦਾ ਕੰਮ ਹੁੰਦਾ, ਕਿਸੇ ਹੋਰ ਦਾ ਹੁੰਦਾ, ਹੁਣ ਤੱਕ ਫੜੀ ਜਾਂਦੀ। ਆਹ ਜੁਡੀਸ਼ਰੀ ਦਾ ਕੰਮ ਹੈ। ਮੈਂ IG ਨੂੰ ਉਸ ਟਾਈਮ ਮਿਲਿਆ, ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਦੇ ਨੂੰ। ਮੈਨੂੰ IG ਸਾਹਿਬ ਖੁਦ ਕਹਿੰਦੇ ਹਮ ਕਿਆ ਕरें, हम तो काम करना चाहते हैं, जुडिशरी ने हमारे हाथ बांध रखे हैं। ਇਹਨਾਂ ਨੂੰ ਭਾਜੀ ਜੁਡੀਸ਼ਰੀ ਵਾਲਿਆਂ ਨੂੰ ਬੜੇ, ਬਿਕੋਜ਼ एवरीवन इज़ अफ्रेड ऑफ द हाई कोर्ट जजेस एंड सुप्रीम कोर्ट जजेस। ਤੁਹਾਨੂੰ ਪਤਾ ਹੀ ਹੈ ਕੀ ਰੀਜ਼ਨ ਹੈ। ਜਿਹੜੀ ਅਸੀਂ ਦੇਖੋ ਸਾਡੀਆਂ ਲੀਗਲ ਰੈਮਡੀਜ਼ ਅਸੀਂ ਅਵੇਲ ਕਰਾਂਗੇ। CBI ਨੇ ਆਪਦਾ ਬਹੁਤ ਵਧੀਆ ਕੰਮ ਕਰਤਾ, 302 ਦਾ ਪੂਰਾ ਇਹਦੇ ਉੱਤੇ ਚਾਰਜ ਸ਼ੀਟ ਫਾਈਲ ਕਰਤੀ ਹੈ, ਸਾਰਾ ਕੁਝ ਹੋ ਗਿਆ। ਹੁਣ ਅਸੀਂ ਜਿਹੜੀਆਂ ਲੀਗਲ ਰੈਮਡੀਜ਼ ਹੈ, CBI ਵੀ ਆਹ ਆਰਡਰ ਦੇ ਖਿਲਾਫ ਹਜੇ ਦੇਖੋ ਜ਼ਮਾਨਤ ਮਿਲੀ ਹੈ, ਕੁਇਟ ਨਹੀਂ ਹੋਈ, ਟ੍ਰਾਇਲ ਕੋਰਟ 'ਚ ਪ੍ਰੋਸੀਡਿੰਗਸ ਚੱਲਣੀ ਹੈ। ਅਸੀਂ ਆਹ ਆਰਡਰ ਦੇ ਖਿਲਾਫ ਸੁਪਰੀਮ ਕੋਰਟ ਜਾਵਾਂਗੇ ਤੇ CBI ਵੀ ਸੁਪਰੀਮ ਕੋਰਟ ਜਾਊਗੀ। ਹਾਂਜੀ, ਸੋ ਤੁਸੀਂ ਸੁਣ ਹੀ ਲਿਆ ਕਿ ਵੀ ਕਿਵੇਂ ਇੱਕ ਜਿਹੜੀ ਮਾਂ ਹੈ, ਇੱਕ ਭਰਾ ਹੈ, ਉਹ ਇਨਸਾਫ ਦੇ ਲਈ ਅੱਜ ਵੀ ਦਰ ਦੀਆਂ ਠੋਕਰਾਂ ਖਾ ਰਿਹਾ। ਇਹ ਉਹੀ ਪਾਰਕ ਹੈ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ, ਚੰਡੀਗੜ੍ਹ ਦਾ ਸੈਕਟਰ 27 ਦਾ ਉਹੀ ਪਾਰਕ ਹੈ ਜਿੱਥੇ ਅੱਜ ਤੋਂ 7 ਸਾਲ ਪਹਿਲਾਂ ਇੱਕ ਨੈਸ਼ਨਲ ਜਿਹੜਾ ਪਲੇਅਰ ਹੈ ਪੰਜਾਬ ਦਾ, ਚੰਡੀਗੜ੍ਹ ਦਾ ਕਹਿ ਸਕਦੇ ਹਾਂ, ਜਿਹੜਾ ਇੱਕ ਨੈਸ਼ਨਲ ਪਲੇਅਰ ਹੈ ਸਿੱਪੀ ਸਿੱਧੂ, ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਹ ਐਡਵੋਕੇਟ ਵੀ ਸੀਗਾ, ਵਕੀਲ ਵੀ ਸੀਗਾ, ਵਕਾਲਤ ਵੀ ਕਰਦਾ ਸੀਗਾ, ਸੂਝਵਾਨ ਇੱਕ ਨੌਜਵਾਨ ਸੀਗਾ, ਇੱਕ ਚੰਗੇ ਭਵਿੱਖ ਦੇ ਲਈ ਸੋਚ ਰਿਹਾ ਸੀ। ਆਪਣੇ ਜਿਹੜੀ ਪੇਰੈਂਟਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਸੀਗਾ, ਪਰ ਅਚਾਨਕ ਉਸ ਨੂੰ ਪਤਾ ਲੱਗਦਾ ਕਿ ਜਿਸ ਦੇ ਨਾਲ ਉਸ ਦਾ ਵਿਆਹ ਹੋਣਾ ਹੈ ਉਹ ਉਸ ਦੇ ਨਾਲ ਵਫਾ ਨਹੀਂ ਕਮਾ ਰਹੀ। ਤਾਂ ਜੋ ਇਲਜ਼ਾਮ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਜੋ ਉਸ ਦੀ ਹਮਸਫਰ ਜਿਸ ਨੇ ਬਣਨਾ ਸੀਗਾ ਉਸ ਦੇ ਵੱਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ, ਜੋ ਕਿ ਹੁਣ ਤੱਕ ਅਖਬਾਰਾਂ ਦੀਆਂ ਰਿਪੋਰਟਾਂ ਵੀ ਇਹੀ ਕਹਿ ਰਹੀਆਂ ਨੇ। ਪਰ ਜਿਹੜੇ ਪਰਿਵਾਰਕ ਮੈਂਬਰ ਨੇ, ਤੁਹਾਨੂੰ ਇੱਕ ਵਾਰ ਫਿਰ ਤੋਂ ਰੂਬਰੂ ਕਰਵਾ ਦਿੰਦੇ ਆ ਮਦਰ ਉਹਨਾਂ ਦੇ ਖੜੇ ਨੇ। 7 ਸਾਲ ਹੋ ਗਏ ਨੇ, ਜਿਸ ਦਾ ਇੱਕ ਪੁੱਤਰ ਹੈ ਉਹ ਇੱਥੋਂ ਚਲਾ ਗਿਆ, ਪਰ ਪੱਲੇ ਕੁਝ ਵੀ ਨਹੀਂ ਹੈ। ਅੱਖਾਂ ਦੇ ਵਿੱਚ ਹੱਲੇ ਵੀ ਉਹ ਆਸ ਹੈ ਕਿ ਘੱਟੋ ਘੱਟ ਇਨਸਾਫ ਮਿਲ ਜਾਵੇ। ਉਹਦਾ ਛੋਟਾ ਭਰਾ ਜਿੱਪੀ ਸਿੱਧੂ ਉਹ ਵੀ ਮੌਜੂਦ ਨੇ, ਹੱਥਾਂ ਦੇ ਵਿੱਚ ਸਿਰਫ ਕਾਗਜ਼ ਬਚੇ ਨੇ। ਤੇ ਜਿਹੜੀ ਗੁਹਾਰ ਹੈ ਉਹ ਸਰਕਾਰ ਨੂੰ ਲਗਾਈ ਜਾ ਰਹੀ ਹੈ ਕਿ ਵੀ ਇਨਸਾਫ ਦਿੱਤਾ ਜਾਵੇ। 7 ਸਾਲ ਜਿਹੜੇ ਹੈਗੇ ਥੋੜ੍ਹੇ ਨਹੀਂ ਹੁੰਦੇ, ਕਿ ਇਨਸਾਫ ਦਿੱਤਾ ਜਾਵੇ, ਇਨਸਾਫ ਦਿੱਤਾ ਜਾਵੇ। ਇਸੇ ਮੰਗ ਨੂੰ ਲੈ ਕੇ ਅੱਜ ਉਹ ਫਿਰ ਤੋਂ ਮੀਡੀਆ ਦੇ ਰੂਬਰੂ ਹੋਏ ਨੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲੇ। ਹੁਣ ਵੇਖਣਾ ਹੋਵੇਗਾ ਕਿ ਅੱਗੇ ਸਰਕਾਰਾਂ ਕਿਹੋ ਜਿਹਾ ਫੈਸਲਾ ਲੈਂਦੀਆਂ ਨੇ, ਕਿ ਕੀ ਇੱਕ ਵੱਡਾ ਸਵਾਲ ਹੈ ਕਿ ਕੀ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ। ਤੁਸੀਂ ਬਣੇ ਰਹੋ ਜਗਬਾਣੀ TV ਦੇ ਨਾਲ। ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ।